ਸਤਿਕਾਰਯੋਗ ਹਾਜ਼ਰੀਨ, ਮਾਨ ਸਾਹਿਬ, ਅਸੀਂ ਵੀ ਉਹਨਾਂ ਹੀ ਲੋਕਾਂ 'ਚੋਂ ਹਾਂ ਜਿਨ੍ਹਾਂ ਨੇ ਗਜ਼ਲ ਅਤੇ ਕਵਿਤਾ ਦੇ ਗਹਿਰੇ ਮਰਮ ਤੱਕ ਪਹੁੰਚਣ ਤੋਂ ਪਹਿਲਾਂ ਪੰਜਾਬ ਦੀ ਜਿਹੜੀ ਲੋਕ ਪੱਧਰੀ ਸ਼ਾਇਰੀ ਆ ਉਹਨੂੰ ਮਾਨ ਸਾਹਿਬ ਅਤੇ ਦੇਵ ਥਰੀਕਿਆ ਹੋਣਾ ਦੇ ਰਾਹੀਂ ਜਿਹੜਾ ਰਿਸੀਵ ਕੀਤਾ, ਉਹਨੂੰ ਆਪਣੇ ਜ਼ਿਹਨ 'ਚ ਵਸਾਇਆ। ਉੱਥੋਂ ਚੱਲ ਕੇ ਅਸੀਂ ਆਪਣੇ ਹੁਣ ਜੋ ਕੁਛ ਕਰ ਰਹੇ ਹਾਂ ਉੱਥੋਂ ਤੱਕ ਪੁੱਜੇ ਹਾਂ। ਮੈਂ ਸੰਖੇਪ 'ਚ ਹੀ ਗੱਲਾਂ ਕਰਾਂਗਾ ਕਿਉਂਕਿ ਸਿਰਜਣ ਪ੍ਰਕਿਰਿਆ ਮੈਂ ਇੱਕ ਵਾਰੀ ਕਿਸੇ ਨੇ ਕਿਹਾ ਲਿਖਣੀ ਹੈ, ਮੈਂ 40 ਪੇਜ ਲਿਖਣ ਤੋਂ ਬਾਅਦ ਵੀ ਸੋਚਿਆ ਯਾਰ ਇਹਦੇ 'ਚ ਤਾਂ ਕੁਛ ਵੀ ਨਹੀਂ ਹੈਗਾ, ਇਹਦੇ ਨਾਲ ਤਾਂ 4 ਗਜ਼ਲਾਂ ਹੀ ਲਿਖ ਲੈਂਦੀ ਚੰਗੀ ਗੱਲ। ਮਤਲਬ ਇੱਕ ਐਸਾ ਗੁੰਝਲਦਾਰ ਝਮੇਲਾ ਹੈ ਸਿਰਜਣ ਪ੍ਰਕਿਰਿਆ ਜਿਹਨੂੰ ਲੱਖ ਕੋਸ਼ਿਸ਼ ਕਰਕੇ ਵੀ ਕੋਈ ਸ਼ਾਇਰ ਕੋਈ ਸਿਰਜਕ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ। ਹਾਂ, ਉਹਦੇ ਸਮਾਜਿਕ ਆਧਾਰ ਲੱਭ ਸਕਦਾ ਹੈ, ਉਹਦੇ ਰਾਜਨੀਤਕ ਕਲਚਰਲ ਜੋ ਮਰਜ਼ੀ ਲੱਭ ਸਕਦੇ ਹਾਂ ਅਸੀਂ, ਪਰ ਉਸ ਆਖਰੀ ਘੜੀ ਜਦੋਂ ਸਿਰਜ ਰਿਹਾ ਹੁੰਦਾ ਹੈ ਉਹਨੂੰ ਵਿਆਖਿਆ ਕਰ ਪਾਉਣਾ ਉਹਦੀ ਕਾਫੀ ਮੁਸ਼ਕਲ ਕਾਰਜ ਹੈ। ਭਾਵੇਂ ਕਿ ਮੈਂ ਕਿਸੇ ਇਲਹਾਮ ਨੂੰ ਨਹੀਂ ਮੰਨਦਾ, ਮੈਨੂੰ ਪਤਾ ਹੈ ਕਿ ਜੋ ਹੈ ਇੱਥੇ ਹੀ ਹੈ, ਸਭ ਇੱਥੋਂ ਹੀ ਪ੍ਰਾਪਤ ਕਰਦੇ ਆ। ਬਾਬਰ ਬਾਣੀ ਬਾਬਰ ਦਾ ਹਮਲਾ ਹੋਇਆ ਤਾਂ ਹੀ ਲਿਖੀ ਗਈ, ਨਹੀਂ ਤੇ ਨਹੀਂ ਸੀ ਲਿਖੀ ਜਾਣੀ, ਕੁਛ ਹੋਰ ਲਿਖਿਆ ਜਾਂਦਾ। ਸੋ ਇਹ ਜੋ ਹੈ ਅਸੀਂ ਸਾਰੇ ਇੱਥੋਂ ਪ੍ਰਾਪਤ ਕਰਦੇ ਹਾਂ। ਸੋ ਮੈਂ ਆਪਣੀ ਗੱਲ ਸ਼ੁਰੂ ਕਰਾਂਗਾ ਕਿ ਸ਼ਾਇਰ ਜਾਂ ਲੇਖਕ ਨੂੰ ਕੋਲ ਖਾਸ ਗੱਲ ਕੀ ਹੈ। ਜੌਨ ਏਲੀਆ ਦਾ ਸ਼ੇਰ ਹੈ कि मैंने उसको इतना देखा जितना देखा जा सकता था, मैंने उसको इतना देखा जितना देखा जा सकता था, लेकिन फिर भी 2 आँखों से कितना देखा जा सकता। सो आम तौर पर असी 2 ਅੱਖਾਂ ਨਾਲ देखते हैं सारे ਵਰਤਾਰੇ ਨੂੰ, ਸਭ ਕਾਸੇ ਨੂੰ। ਸ਼ਾਇਰ ਨੇ ਇਹਨਾਂ 2 ਅੱਖਾਂ ਤੋਂ ਪਰਾਂ ਕਿਸੇ ਗੱਲ ਦੇ ਨਾਲ, ਕਿਸੇ ਆਪਣੀ ਤੀਸਰੀ ਅੱਖ ਜਿਹਨੂੰ ਅਸੀਂ ਰਵਾਇਤ ਵਿੱਚ ਕਹਿੰਦੇ ਹਾਂ, ਆਪਣੀ ਚੇਤਨਾ ਨਾਲ, ਆਪਣੀ ਸਮਝ ਨਾਲ, ਆਪਣੇ ਜੋ ਉਹਨੇ ਗਹਿਰੀ ਨੀਝ ਹੈ, ਉਹਦੇ ਕੋਲ ਨਜ਼ਰੀਆ ਹੈ ਇੱਕ ਸੰਸਾਰ ਨੂੰ ਵੇਖਣ ਦਾ, ਉਹਦੇ ਰਾਹੀਂ ਉਹ ਵੇਖਣਾ ਹੁੰਦਾ ਹੈ ਜੋ 2 ਅੱਖਾਂ ਨਾਲ ਨਹੀਂ ਦਿਸ ਰਿਹਾ। ਅਸੀਂ ਉਹ ਵੇਖਣਾ ਹੁੰਦਾ ਹੈ ਕਿ ਸਾਡੀ ਗਊ ਮਾਤਾ ਹੋਣ ਦੇ ਬਾਵਜੂਦ ਦੁਨੀਆ ਦਾ ਮਾਸ ਐਕਸਪੋਰਟ ਕਰਨ ਵਾਲਾ ਹਿੰਦੁਸਤਾਨ ਸਭ ਤੋਂ ਪਹਿਲਾ ਦੇਸ਼ ਕਿਉਂ ਹੈ। ਇਹ ਜਿਹੜੀ ਕੰਟਰਾਡਿਕਸ਼ਨ ਹੈ, ਇਹ ਜਿਹੜੀ ਵਿਚਲੀ ਲਾਈਨ ਹੈ, ਇਹ ਵੇਖਣੀ ਸ਼ਾਇਰ ਦਾ ਫਰਜ਼ ਹੈ। ਅਤੇ ਕਵਿਤਾ ਮੇਰੇ ਲਈ, ਮੈਂ ਸਾਰੇ ਵੱਡੇ ਸ਼ਾਇਰਾਂ ਨੂੰ ਪੜ੍ਹਿਆ ਆਦਿ ਤੋਂ ਲੈ ਕੇ ਹੁਣ ਤੱਕ, ਵੇਦ ਤੋਂ ਲੈ ਕੇ, ਵੇਦਾਂ ਤੋਂ ਲੈ ਕੇ ਹੁਣ ਤੱਕ। ਉਹੀ ਸ਼ਾਇਰ, ਉਹੀ ਬੰਦੇ ਵੱਡੇ ਸਮਿਆਂ ਤੱਕ ਰਹੇ ਜਿਹੜੇ ਆਪਣੇ ਸਮਿਆਂ ਦੇ ਬਹੁਤ ਵੱਡੇ ਸਰੋਕਾਰਾਂ ਨੂੰ, ਬਹੁਤ ਅਹਿਮ ਜਿਹੜੇ ਤਣਾਅ ਹੈ ਉਹਨਾਂ ਨੂੰ ਮੁਖਾਤਬ ਹੁੰਦੇ ਹੋਏ ਬਹੁਤ ਲੰਬੇ ਸਮੇਂ ਵਿੱਚ ਨਿਭਣ ਵਾਲੀ ਗੱਲ ਕਰਦੇ ਆ। ਸੋ ਵਕਤ ਦੀਆਂ ਜਿਹੜੀਆਂ ਬਹੁਤ ਅਹਿਮ ਸਾਡੇ ਸਾਹਮਣੇ ਸਰੋਕਾਰ ਹੁੰਦੇ, ਜਿਹੜੇ ਸਾਡੇ ਸਾਹਮਣੇ ਤਣਾਅ ਹੈ, ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਦੇ ਬਾਰੇ ਬੋਲਣਾ ਬਣਦਾ ਹੈ ਅਤੇ ਆਮ ਬੰਦਾ ਨਹੀਂ ਬੋਲ ਰਿਹਾ, ਅਤੇ ਉਹਨਾਂ ਦੀ ਪਿੱਛੇ ਕੀ ਪਿਆ ਹੈ ਉਹਦੇ ਤੱਕ ਰਸਾਈ ਕਰਨੀ, ਮੈਨੂੰ ਲੱਗਦਾ ਕਿ ਸਿਰਜਣ ਪ੍ਰਕਿਰਿਆ ਬੰਦੇ ਦੀ ਇੱਥੋਂ ਸ਼ੁਰੂ ਹੁੰਦੀ ਹੈ। ਮੈਨੂੰ ਨਹੀਂ ਲੱਗਦਾ ਕਿ ਮੈਂ ਚਾਹਵਾਂ ਅਤੇ ਉਸ ਬੂਟੇ ਕੋਲ ਜਾ ਕੇ ਉਹਨੂੰ ਕਹਾਂ ਵੀ ਲੈ ਕਾਕਾ ਤੇਰੇ ਬਾਰੇ ਕਵਿਤਾ ਲਿਖਣ ਲੱਗੇ ਅਤੇ ਤਿਆਰ ਹੋ ਜਾ। ਮੈਂ ਅੰਦਰ ਬਹਿ ਕੇ ਵੀ ਉਸ ਬੂਟੇ ਬਾਰੇ ਉਹਦੇ ਨਾਲੋਂ ਉਹਨੂੰ ਵੇਖਣ ਤੋਂ ਬਿਨਾਂ ਕਿਤੇ ਖੂਬਸੂਰਤ ਕਵਿਤਾ ਉਹਦੇ 'ਤੇ ਲਿਖ ਸਕਦਾ ਹੈ। ਕਿਉਂਕਿ ਅਸੀਂ ਜਿਹੜੇ ਵੀ ਸ਼ਾਇਰ, ਮੈਂ ਆਪਣੇ ਅਨੁਭਵ ਦੇ ਰਾਹੀਂ ਦੱਸ ਰਿਹਾ ਕਿ ਸ਼ਾਇਰ ਤਾਂ ਹਰ ਵੇਲੇ ਵੇਖ ਰਿਹਾ ਹੁੰਦਾ ਹੈ। ਉਹਦੀ ਨੀਝ ਹੀ ਇਹ ਹੈ ਕਿ ਉਹਨੇ ਆਲੇ ਦੁਆਲੇ ਦੀ ਹਰ ਚੀਜ਼ ਨੂੰ ਬਹੁਤ ਗਹਿਰੀ ਨੀਝ ਦੇ ਨਾਲ ਵੇਖਣਾ ਹੈ ਅਤੇ ਗੰਭੀਰ ਨਾਲ ਅੰਦਰ ਵਸਾਉਣਾ ਹੈ, ਅਤੇ ਫਿਰ ਉਹਨੂੰ ਸਾਡੇ ਸਾਹਮਣੇ ਖੂਬਸੂਰਤ ਭਾਸ਼ਾ ਵਿੱਚ ਲਿਆਉਣਾ ਹੈ। ਮੈਂ ਆਪਣੀ ਸਿਰਜਣਾ ਬਾਰੇ ਗੱਲ ਕਰਾਂ ਤਾਂ ਮੈਂ ਲਿਖਦਾ ਨਹੀਂ, ਸਿਰਜਦਾ ਹਾਂ। ਸ਼ਾਇਰ ਨੂੰ ਲਿਖਣਾ ਨਹੀਂ, ਸਿਰਜਣਾ ਚਾਹੀਦਾ ਹੈ। ਅਤੇ ਇਸ ਕਰਕੇ ਮੈਂ ਗਜ਼ਲ ਲਿਖਣ ਦੇ ਬਾਵਜੂਦ ਬਹੁਤ ਘੱਟ ਹੁੰਦਾ ਕਿ ਉਹਦੀ ਕੋਈ ਭੰਨ ਤੋੜ ਕਰਾਂ। ਸ਼ੇਰ ਬਣਿਆ ਬਣਾਇਆ ਤੁਹਾਡੇ ਰੂਬਰੂ, ਤੁਹਾਡੇ ਜ਼ਿਹਨ ਦੇ ਵਿੱਚੋਂ ਬਾਹਰ ਆਉਣਾ
ਚਾਹੀਦਾ ਹੈ ਜਾਂ ਆਉਂਦਾ ਆ, ਅਗਰ ਉਹ ਸਾਡੇ ਅਨੁਭਵ ਦਾ ਇੱਕ ਖਾਸ ਹਿੱਸਾ ਹੈ। ਪਾਤਰ ਬਾਈ ਕਹਿੰਦੇ ਹੁੰਦੇ ਕਿ ਜਿਵੇਂ ਭਾਸ਼ਾ ਦੀ ਵਿਆਕਰਨ ਹੈ ਨਾ, ਅਨਪੜ੍ਹ ਬੰਦਾ ਖੂਬਸੂਰਤ ਭਾਸ਼ਾ ਬੋਲਦਾ ਹੈ, ਲੇਕਿਨ ਉਹਦੀ ਵਿਆਕਰਨ ਦਾ ਉਹਨੂੰ ਪਤਾ ਨਹੀਂ ਹੈ ਕੀ ਹੈ। ਇਸੇ ਤਰ੍ਹਾਂ ਗਜ਼ਲ ਦੀ ਅਰੋਜ ਸਿਰਫ ਵਿਆਕਰਨ ਹੈ। ਉਹ ਮੈਨੂੰ ਉੱਦਾਂ ਹੀ ਆਉਣੀ ਚਾਹੀਦੀ ਹੈ ਜਿੱਦਾਂ ਭਾਸ਼ਾ ਦੀ ਵਿਆਕਰਨ ਆਉਂਦੀ ਹੈ, ਅਤੇ ਉਹ ਇੱਥੇ ਹੋਣੀ ਚਾਹੀਦੀ ਹੈ। ਪਹਿਲਾਂ ਅਰੋਜ ਸਿੱਖ ਕੇ ਉਸ ਤੋਂ ਬਾਅਦ ਕੋਈ ਸ਼ਾਇਰ ਬਣੇ, ਇਹ ਸੰਭਵ ਨਹੀਂ ਹੈ, ਘਾੜਾ ਹੋ ਸਕਦਾ ਹੈ। ਸ਼ਾਇਰ ਬਣ ਕੇ ਉਹ ਅਰੂਜ ਸਿੱਖ ਲੈ, ਇਹ ਵੱਖਰੀ ਗੱਲ ਹੈ। ਬਾਲਿਆਂ ਨੇ ਇੱਦਾਂ ਹੀ ਕੀਤਾ ਜਿਹੜੇ ਵੱਡੇ ਸ਼ਾਇਰ ਹੋਏ ਆ। ਇਸੇ ਕਰਕੇ ਪੰਜਾਬੀ ਦੇ ਵੱਡੇ ਸ਼ਾਇਰ ਬੇਉਸਤਾਦੇ ਆ, ਉਹਦਾ ਕੋਈ ਉਸਤਾਦ ਨਹੀਂ ਹੈ। ਡਾਕਟਰ ਜਗਤਾਰ, ਅਸੀਂ ਉਹਦੇ ਬਹੁਤ ਨੇੜੇ ਰਹੇ ਹਾਂ, ਉਹਦਾ ਕੋਈ ਉਸਤਾਦ ਨਹੀਂ ਸੀ। ਪਾਤਰ ਬਾਈ ਨੂੰ ਬੜੀ ਵਾਰੀ ਪੁੱਛਿਆ, ਉਹਦਾ ਕੋਈ ਉਸਤਾਦ ਨਹੀਂ ਹੈ। ਵੱਡੇ ਸ਼ਾਇਰਾਂ ਦਾ ਕੋਈ ਉਸਤਾਦ ਨਹੀਂ ਹੁੰਦਾ, ਉਹ ਆਪਣੇ ਆਪ ਦੇ ਵਿੱਚ ਉਸਤਾਦ ਵੀ ਹੁੰਦੇ ਆ ਅਤੇ ਸ਼ਾਗਿਰਦ ਵੀ। ਸੋ ਸ਼ਾਇਰੀ ਨੂੰ ਇਸ ਕਿਸਮ ਦੇ ਨਾਲ ਬੰਨਣਾ, ਮੈਨੂੰ ਐਂ ਲੱਗਦਾ ਕਿ ਮੈਂ ਇੱਕ ਸ਼ੇਰ ਨਾਲ ਗੱਲ ਕਰਦਾ, ਫਿਰ ਮੇਰਾ ਸ਼ੇਰ ਹੈ ਗਜ਼ਲ ਦਾ ਕਿ ਮੈਂ ਪੁੱਛਿਆ ਝੀਲ ਨੂੰ, ਤੈਨੂੰ ਹੈ ਕਿਸ ਕਿਸ ਨੇ ਦਗਾ ਦਿੱਤਾ। ਮੈਂ ਪੁੱਛਿਆ ਝੀਲ ਨੂੰ, ਤੈਨੂੰ ਹੈ ਕਿਸ ਕਿਸ ਨੇ ਦਗਾ ਦਿੱਤਾ। ਬੜਾ ਉਸ ਸੋਚਿਆ ਆਖਰ ਮੇਰਾ ਹੀ ਨਾਂ ਲਿਖਾ ਦਿੱਤਾ। ਇਹ ਜਿਹੜਾ ਝੀਲ ਨੂੰ ਮੇਰਾ ਨਾਂ ਲਿਖਾਉਣ ਵਾਲੀ ਘੁੰਡੀ ਆ ਨਾ, ਇਹ ਸ਼ਾਇਰ ਦੇ ਸਿਰਜਣਾ ਦਾ ਮੂਲ ਆਧਾਰ ਹੈ। ਮੈਂ ਕਿਸੇ ਦਾ ਲਿਖਾ ਦੇਣਾ ਤਾਂ ਮੇਰੇ ਲਈ ਬਹੁਤ ਆਸਾਨ ਹੈ ਵੀ ਉਹ ਫਲਾਣੇ ਨੇ ਦਿੱਤਾ ਜੀ, ਮਤਲਬ ਇਹ ਹੈ ਨਾ ਕਿ ਮੇਰਾ ਨਾਂ ਉਹਨੇ ਲਿਖਾ ਦਿੱਤਾ। ਸੋ ਸਿਰਜਣਾ, ਆਤਮਿਕ ਜਿਹੜੀ ਸਿਰਜਣ ਪ੍ਰਕਿਰਿਆ ਹੈ, ਉਹਦੇ 'ਚ ਬਹੁਤ ਸਾਰੀਆਂ ਗੱਲਾਂ ਹੈ, ਸੈਂਕੜੇ ਤੁਹਾਡੇ ਜੀਵਨ ਦੇ ਅਨੁਭਵ, ਹਜ਼ਾਰਾਂ ਲੱਖਾਂ ਜਿਹੜੇ ਆ, ਫਿਰ ਇੱਕ ਤੁਹਾਡੀ ਪੂਰੀ ਦੀ ਪੂਰੀ ਵਿਰਾਸਤ ਹੈ ਉਹਦੇ ਵਿੱਚ। ਉਸ ਤੋਂ ਬਾਅਦ ਸਮੇਂ ਨੂੰ ਮੁਖਾਤਬ ਹੋਣ ਦੀ ਤੁਹਾਡੀ ਜ਼ਰੂਰਤ ਹੈ, ਜਿਹੜੀ ਹਰ ਸਮੇਂ 'ਚ ਜ਼ਰੂਰੀ ਹੁੰਦੀ ਹੈ ਅਤੇ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਜ਼ਰੂਰੀ ਹੈ। ਇਹ ਬਹੁਤ ਜ਼ਰੂਰੀ ਹੈ ਕਿਸੇ ਵੀ ਸਮੇਂ ਦੇ ਵਿੱਚ। ਉਹ ਜ਼ਰੂਰਤ ਜਿਹੜੀ ਸਾਹਮਣੇ ਖਤਰਨਾਕ ਦੇ, ਦੂਜਾ ਸੱਚ ਤਾਂ ਸਾਰੇ ਪੇਸ਼ ਕਰ ਲਏ, ਉਹਦੀ ਕੋਈ ਸਮੱਸਿਆ ਨਹੀਂ ਹੈ। ਪੰਜਾਬ ਵਿੱਚ ਨਸ਼ਿਆਂ ਬਾਰੇ ਲਿਖੀ ਜਾਣਾ ਕੋਈ ਔਖੀ ਸਮੱਸਿਆ ਨਹੀਂ ਹੈ, ਕਿਉਂਕਿ ਸਰਕਾਰ ਵੀ ਉਹੀ ਕਹਿੰਦੀ ਅਤੇ ਕਵੀ ਵੀ ਉਹੀ ਕਹਿੰਦੇ ਆ। ਨਸ਼ਿਆਂ ਬਾਰੇ ਕੋਈ ਫਰਕ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਭਾਸ਼ਾ ਅਤੇ ਕਵੀਆਂ ਦੀ ਭਾਸ਼ਾ ਦੇ ਵਿੱਚ ਨਸ਼ਿਆਂ ਬਾਰੇ ਕੋਈ ਫਰਕ ਨਹੀਂ ਹੈ, ਇੱਕੋ ਤਰ੍ਹਾਂ ਬੋਲਦੇ ਹਾਂ ਅਸੀਂ। ਸੋ ਮੈਨੂੰ ਇਹ ਲੱਗਦਾ ਹੈ ਕਿ ਕਵੀ ਦੀ, ਲੇਖਕ ਦੀ ਕਿਸੇ ਵੀ ਮਸਲੇ ਬਾਰੇ ਪਹੁੰਚ ਅਤੇ ਭਾਸ਼ਾ ਸਰਕਾਰੀ ਨਜ਼ਰੀਏ ਵਾਲੀ ਨਹੀਂ ਹੋਣੀ ਚਾਹੀਦੀ। ਉਹਨੂੰ ਪਤਾ ਹੋਣਾ ਚਾਹੀਦਾ ਇਹਦੇ 'ਚ ਕਿੱਥੇ ਗੜਬੜ ਹੈ। ਨਸ਼ੇ ਕੋਈ ਬਿਮਾਰੀ ਨਹੀਂ ਹੈ ਪੰਜਾਬ ਦੇ ਵਿੱਚ, ਬਿਮਾਰੀ ਤਾਂ ਕਿਤੇ ਹੋਰ ਪਈ ਹੈ, ਇਹ ਤਾਂ ਉਹਦਾ ਬਾਹਰ ਦਿਸਦਾ ਰੂਪ ਹੈ। ਸੋ ਇਹ ਉਹੀ ਗੱਲਾਂ ਜਿਨ੍ਹਾਂ ਨੂੰ ਮੈਂ ਕਹਿੰਦਾ ਕਿ ਸਾਡਾ ਇੱਕ ਸਾਫ ਸੁਥਰਾ ਨਜ਼ਰੀਆ, ਕਲੀਅਰ ਕੱਟ ਹੋਣਾ ਚਾਹੀਦਾ ਸ਼ਾਇਰ ਦੇ ਕੋਲ, ਚੀਜ਼ਾਂ ਨੂੰ ਵੇਖਣ ਦਾ, ਕਰਨ ਦਾ। ਮੈਂ ਬਹੁਤੀਆਂ ਗੱਲਾਂ ਨੇ ਕਿ ਸ਼ੇਰ ਤੁਹਾਡੇ ਨਾਲ ਗਜ਼ਲਾਂ ਦੇ ਸਾਂਝੇ ਕਰਦਾ। ਇੱਕ ਸ਼ੇਰ ਤੋਂ ਸ਼ੁਰੂ ਕਰਾਂਗਾ ਕਿ ਜਲਾ ਕੇ ਕੈਨਵਸ ਬਹੁ ਰੰਗਲੀ ਤਸਵੀਰ ਲੱਭਦੇ ਨੇ। ਜਲਾ ਕੇ ਕੈਨਵਸ ਬਹੁ ਰੰਗਲੀ ਤਸਵੀਰ ਲੱਭਦੇ ਨੇ, ਉਹ ਟੁੱਟੇ ਗਮਲਿਆਂ 'ਚੋਂ ਵਾਦੀਏ ਕਸ਼ਮੀਰ ਲੱਭਦੇ ਨੇ। ਉਹ ਟੁੱਟੇ ਗਮਲਿਆਂ 'ਚੋਂ ਵਾਦੀਏ ਕਸ਼ਮੀਰ ਲੱਭਦੇ ਨੇ। ਉਹ ਕਦੋਂ ਦਾ ਕਰ ਗਿਆ ਹੈ ਖੁਦਕੁਸ਼ੀ ਮਿਰਜ਼ਾ ਫਨਾ ਹੋ ਕੇ, ਉਹ ਬੱਕੀ ਦੀ ਅਡਾਈ ਧੂੜ ਵਿੱਚੋਂ ਤੀਰ ਲੱਭਦੇ ਨੇ। ਇਹ ਗਜ਼ਲ ਸ਼ੇਰ ਕਿ ਹਰ ਕੋਈ ਬੇਚੈਨ ਤਾਂ ਹੈ ਪਰ ਕਿਤੇ ਹਲਚਲ ਨਹੀਂ। ਹਰ ਕੋਈ ਬੇਚੈਨ ਤਾਂ ਹੈ ਪਰ ਕਿਤੇ ਹਲਚਲ ਨਹੀਂ। ਘਰ ਸਾਡਾ ਵੀ ਹੈ ਘਰ, ਬਸ ਰਹਿਣ ਦੇ ਕਾਬਲ ਨਹੀਂ। ਘਰ ਸਾਡਾ ਵੀ ਹੈ ਘਰ, ਬਸ ਰਹਿਣ ਦੇ ਕਾਬਲ ਨਹੀਂ। ਚਾਂਦਨੀ ਨੂੰ ਮੈਂ ਕਿਹਾ ਮੇਰਾ ਵੀ ਕਿਧਰੇ ਜ਼ਿਕਰ ਕਰ। ਚਾਂਦਨੀ ਨੂੰ ਮੈਂ ਕਿਹਾ ਮੇਰਾ ਵੀ ਕਿਧਰੇ ਜ਼ਿਕਰ ਕਰ। ਉਸ ਕਿਹਾ ਮੈਂ ਕੀ ਕਰਾਂ ਤੂੰ ਹਨੇਰ ਵਿੱਚ ਸ਼ਾਮਲ ਨਹੀਂ। ਉਸ ਕਿਹਾ ਮੈਂ ਕੀ ਕਰਾਂ ਤੂੰ ਹਨੇਰ ਵਿੱਚ ਸ਼ਾਮਲ ਨਹੀਂ। ਮਕਾਵਾਂਗਾ ਮੈਂ ਆਪਣੇ ਅਸਲੀ ਅੰਦਾਜ਼ ਵਿੱਚ ਹੀ। ਇੱਕ ਦੋ ਸ਼ੇਰ ਹੋਰ ਉੱਥੋਂ ਆਉਣਾ ਮੈਂ ਹੁਣ ਕਿ ਸ਼ਕਨੀ ਮਾਮੇ ਦੀ ਜੋ ਮੋਹਣੀ ਝਾਤ 'ਚੋਂ ਹੋ ਕੇ ਜਾਂਦੀ ਹੈ। ਸ਼ਕਨੀ ਮਾਮੇ ਦੀ ਜੋ ਮੋਹਣੀ ਝਾਤ 'ਚੋਂ ਹੋ ਕੇ ਜਾਂਦੀ ਹੈ, ਤਖਤ ਵੱਲ ਉਹ ਪੌੜੀ ਆਤਮਘਾਤ 'ਚੋਂ ਹੋ ਕੇ ਜਾਂਦੀ ਹੈ। ਔਰ ਉਹਦੇ ਹੁਸਨ 'ਤੇ ਗਜ਼ਲ ਲਿਖਣ ਤੋਂ ਮੈਂ ਇਸੇ ਲਈ ਝੱਕਦਾ ਹਾਂ। ਬਾਈ ਗੁਰਪ੍ਰੀਤ ਸ਼ੇਰ ਸੁਣਨਾ। ਉਹਦੇ ਹੁਸਨ 'ਤੇ ਗਜ਼ਲ ਲਿਖਣ ਤੋਂ
मैं इसे ਲਈ ਝਕਦਾ ਹਾਂ ਓਏ आखिर गप भी बंदे दी औकात चों हो के जाती है। आखिर गप भी बंदे दी औकात चों हो के जाती है। ते दिल्ली विच हुण हर वो बंदा नाडू खां ही लगता है। दिल्ली विच हुण हर वो बंदा नाडू खां ही लगता है। गड्डी जेदे पिंड नूं भी गुजरात चों हो के जाती है। दिल्ली विच हुण हर वो बंदा नाडू खां ही लगता है। गड्डी जेदे पिंड नूं भी गुजरात चों हो के जाती है। ते हम हिंदी दा नारा उत्थे लाउंदिआं तां कुछ शर्म करो। हम हिंदी दा नारा उत्थे लाउंदिआं तां कुछ शर्म करो। वो जिस दरबार दी हर कुर्सी ही जात चों हो के जाती है। जिस दरबार की हर कुर्सी ही जात चों हो के जाती है। तो आखिरी गज़ल दे कोई शेर तो फिर मैं अपनी थां लवांगा कि कैसे सिखर ते पहुंची वतन दी हुण सियासत है। कबूतर नाल बिल्ली दी बड़ी गहरी मुहब्बत है। कबूतर नाल बिल्ली दी बड़ी गहरी मुहब्बत है। कि कैसे सिखर ते पहुंची वतन दी हुण सियासत है। कि कैसे सिखर ते पहुंची वतन दी हुण सियासत है। और बड़ी ही पारदर्शी उसने कीती वसीयत है। बड़ी ही पारदर्शी उसने कीती वसीयत है। कि हर तोता समझदे पिंजरा उसदी विरासत है। कि हर तोता समझदे पिंजरा उसदी विरासत है। अजब है ओ कलंदर ते तमाशा गजब है उसदा। अजब है ओ कलंदर ते तमाशा गजब है उसदा। वो कतले आम करदा ते असी कहिए इबादत है। वो कतले आम करदा ते असी कहिए इबादत है। असी नदियां चों कढ के बेड़ियां थल विच टिका आए। असी नदियां चों कढ के बेड़ियां थल विच टिका आए। इन्हां दी इस तों वध के कौन कर सकदा हिफाजत है। इन्हां दी इस तो वध के कौन कर सकता हिफाजत है। और जो खेतां विच सी अन्नदाता वो मंडी विच भिखारी है। जो खेतां विच सी अन्नदाता वो मंडी विच भिखारी है। कि इहो तां विश्व सुंदरी तजारत दी नज़ाकत है। कि इहो तां विश्व सुंदरी तजारत दी नज़ाकत है। और नदी जो भी मिले उसनूं प्यासी ही मिले आके। नदी जो भी मिले उसनूं प्यासी ही मिले आके। समुंदर थल नूं पुछदा राह च बंदे दी हुकूमत है। आखिरी शेर है। क्यों शीशे नूं तंग करदा शनाखत पुछ के अपनी। क्यों शीशे नूं तंग करदा शनाखत पुछ के अपनी। और क्यों शीशे नूं तंग करदा शनाखत पुछ के अपनी। तेरे संग ही बदल जावन दी उसनूं भी महारत है। तेरे संग ही बदल जावन दी उसनूं ही महारत है। कि हर तोता समझदे पिंजरा उसदी विरासत है। हर तोता समझदे पिंजरा। थैंक यू।